ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਰਨੈਲ ਸਿੰਘ ਜੀ ਲਿਨਵੁਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ ਤੋਂ, ਮਨਦੀਪ ਸਿੰਘ ਸੈਣੀ ਸੈਨੋਜ਼ੇ ਤੋਂ ਅਤੇ ਜਸਵਿੰਦਰ ਸਿੰਘ ਵਿਰਕ ਅਤੇ ਗੁਰਮੀਤ ਕੌਰ ਜੀ ਹਿਊਸਟਨ ਤੋਂ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਕੀ ਕੁਛ ਹੋਇਆ, ਕਿਉਂਕਿ ਪਲ ਪਲ ਜਿਹੜੀ ਜਾਣਕਾਰੀ ਆ ਉਹ ਬਦਲ ਰਹੀ ਆ। ਜੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਰਾਤ ਹਸਪੀਟਲ ਲਿਜਾਣਾ ਪਿਆ। 87 ਵਰ੍ਹਿਆਂ ਦੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਛਾਤੀ ਦੇ ਵਿੱਚ ਦਰਦ ਦੀ ਤਕਲੀਫ ਹੋਣ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਜੀ ਉਹ ਲਿਜਾਇਆ ਗਿਆ ਏਮਸ ਦੇ ਵਿੱਚ। ਔਰ ਕਾਰਡੀਓਲੋਜੀ ਮਾਹਰ ਜਿਹੜੇ ਨੇ ਡਾਕਟਰ, ਉਹਨਾਂ ਦੀ ਨਿਗਰਾਨੀ ਦੇ ਹੇਠ ਰੱਖਿਆ ਗਿਆ। ਉਹਨਾਂ ਦੀ ਹਾਲਤ ਜਿਹੜੀ ਉਹ ਸਥਿਰ ਦੱਸੀ ਜਾ ਰਹੀ ਹੈ। ਪਹਿਲਾਂ ਉਹਨਾਂ ਦੀ ਬਾਈਪਾਸ ਜਿਹੜੀ ਸਰਜਰੀ ਆ ਉਹ ਇਸੇ ਹੀ ਹਸਪੀਟਲ ਦੇ ਵਿੱਚ ਜਿਹੜੀ ਉਹ ਹੋਈ ਸੀ, ਕਿਉਂਕਿ ਲਗਾਤਾਰ ਲੋਕਾਂ ਦੇ ਜਿਹੜੇ ਦੀ ਉਹ ਇਹਦੇ ਸੰਬੰਧੀ ਜਾਣਕਾਰੀ ਲੈਣ ਲਈ ਮੈਸੇਜ ਆ ਰਹੇ। ਇਸ ਕਰਕੇ ਮੈਂ ਸਟਾਰਟਿੰਗ 'ਚ ਉਹਦਾ ਅਪਡੇਟ ਕਰਨੀ ਜ਼ਰੂਰੀ ਸਮਝੀ। ਉਹਨਾਂ ਦੀ ਹਾਲਤ ਸਥਿਰ ਹੈ ਔਰ ਉਹ ਹਸਪੀਟਲ ਦੇ ਵਿੱਚ ਨੇ ਅਜੇ। ਜੀ। ਕਿਸੇ ਸਮੇਂ ਇੱਕ ਨਾਅਰਾ ਬੜਾ ਪ੍ਰਚਲਿਤ ਹੋਇਆ ਸੀ, ਹਿੰਦੀ ਚੀਨੀ ਬਾਈ ਬਾਈ, ਔਰ ਉਦੋਂ ਵੀ ਜਿਹੜਾ ਜੀ ਉਹ ਚਾਈਨਾ ਤੇ ਭਾਰਤ ਭਿੜੇ ਸਨ। ਮਾੜਾ ਮੋਟਾ ਭੇੜ ਜਿਹੜਾ ਜੀ ਉਹ ਸਰਹੱਦਾਂ ਦੇ ਉੱਤੇ ਅਕਸਰ ਹੀ ਚੱਲਦਾ ਰਹਿੰਦਾ। ਭਾਰਤ ਤੇ ਚਾਈਨਾ ਦੀ ਸਰਹੱਦ ਸਿੱਕਮ ਦੇ ਵਿੱਚ ਨਾਕੂ ਲਾ ਨੇੜੇ ਦੋਵਾਂ ਮੁਲਕਾਂ ਦੇ ਫੌਜੀਆਂ ਦੇ ਵਿਚਾਲੇ ਫੇਰ ਝੜਪ ਹੋਈ ਹੈ। ਇਹਦੇ ਦੌਰਾਨ ਦੋਵਾਂ ਧਿਰਾਂ ਦੇ ਕੁਝ ਜਵਾਨਾਂ ਦੇ ਹਲਕੀਆਂ ਸੱਟਾਂ ਲੱਗੀਆਂ। ਫੌਜ ਦੇ ਵੱਲੋਂ ਅਪਣਾਈ ਜਾਂਦੀ ਪ੍ਰਕਿਰਿਆ ਦੇ ਮੁਤਾਬਕ ਅਧਿਕਾਰੀਆਂ ਨੇ ਸਥਾਨਕ ਪੱਧਰ ਦੇ ਉੱਤੇ ਮਾਮਲੇ ਨੂੰ ਸੁਲਝਾ ਲਿਆ। ਸੂਤਰਾਂ ਦੇ ਮੁਤਾਬਕ ਇਸ ਤਰ੍ਹਾਂ ਦੀ ਘਟਨਾ ਲੰਮੇ ਸਮੇਂ ਬਾਅਦ ਵਾਪਰੀ ਹੈ। ਇਸ ਟਕਰਾਅ ਦੇ ਵਿੱਚ ਕੋਈ 15-20 ਭਾਰਤੀ ਫੌਜੀ ਸ਼ਾਮਲ ਸੀ। ਦੋਵੇਂ ਧਿਰਾਂ ਹੱਥੋਂ ਪਾਈ ਹੋਈਆਂ। ਇਹ ਘਟਨਾ ਜਿਹੜੀ ਹੈ ਜੀ 16,000 ਫੁੱਟ ਦੀ ਉਚਾਈ ਦੇ ਉੱਤੇ ਹੈ। ਕੁਝ ਰਿਪੋਰਟਾਂ ਦੱਸਦੀਆਂ ਨੇ ਕਿ ਦੋਵਾਂ ਮੁਲਕਾਂ ਦੇ ਬਲਾਂ ਨੇ ਇੱਕ ਦੂਜੇ ਦੇ ਉੱਤੇ ਪੱਥਰ ਵੀ ਮਾਰੇ। ਔਰ ਪੂਰਬੀ ਲਦਾਖ ਦੇ ਵਿੱਚ ਵੀ ਇਹ ਦੋਵੇਂ ਧਿਰਾਂ ਜਿਹੜੀਆਂ ਉਹ ਭਿੜੀਆਂ ਨੇ। ਇੱਥੇ ਵੀ ਸੈਨਿਕ ਜਿਹੜੇ ਆ ਜੀ ਉਹ ਜ਼ਖਮੀ ਹੋਣ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ। ਔਰ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ਦੇ ਉੱਤੇ ਘਟਨਾ ਵਾਪਰੀ ਹੈ। ਜਿਹੜਾ ਇਹ ਦੇਰ ਸ਼ਾਮ ਸ਼ੁਰੂ ਹੋਇਆ ਟਕਰਾਅ ਸੀਗਾ, ਉਹ ਅਗਲੇ ਦਿਨ ਸਵੇਰੇ ਦੋਵਾਂ ਧਿਰਾਂ ਦੇ ਫੌਜੀ ਅਧਿਕਾਰੀਆਂ ਦੇ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਖਤਮ ਹੋਇਆ। ਦੋਵਾਂ ਧਿਰਾਂ ਦੇ ਜਵਾਨਾਂ ਨੇ ਇੱਕ ਦੂਜੇ ਦੇ ਮੁੱਕੇ ਵੀ ਜੜੇ। ਘਟਨਾ ਵਾਪਰਨ ਦੇ ਵੇਲੇ ਕੋਈ 200 ਫੌਜੀ ਜਵਾਨ ਹਾਜ਼ਰ ਸੀ, ਜਦੋਂ ਕਿ ਮਗਰੋਂ ਦੋਵਾਂ ਧਿਰਾਂ ਨੂੰ ਹੋਰ ਫੌਜ ਜਿਹੜੀ ਉਹ ਬੁਲਾਉਣੀ ਪਈ। ਝੀਲ ਦੇ ਨੇੜੇ ਇਹ ਤੋਂ ਪਹਿਲਾਂ ਅਗਸਤ 17 ਦੇ ਵਿੱਚ ਇਸੇ ਤਰ੍ਹਾਂ ਦਾ ਟਕਰਾਓ ਹੋਇਆ ਸੀਗਾ। ਔਰ ਜ਼ਖਮੀਆਂ ਦੀ ਸਟੀਕ ਗਿਣਤੀ ਦੇ ਬਾਰੇ ਦੋਵੇਂ ਧਿਰਾਂ ਨੇ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ। ਪੰਜਾਬ ਵੱਲ ਪਰਤੀਏ ਤਾਂ ਪੰਜਾਬ ਦੇ ਜਿਹੜੇ ਵਜ਼ੀਰ ਨੇ, ਕੁਛ ਜਿਹੜੇ ਰੌਲਾ ਰੱਪਾ ਸ਼ੁਰੂ ਹੋਇਆ ਸੀਗਾ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ। ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚੋਂ ਉਹ ਉੱਠ ਕੇ ਜਿਹੜਾ ਜੀ ਉਹ ਆ ਗਏ ਸੀਗੇ। ਔਰ ਜਿਹੜੀ ਅਫਸਰਸ਼ਾਹੀ ਹੈ, ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਪਿਛਲੀ ਟਰਮ ਦੇ ਵਿੱਚ ਮੁੱਖ ਮੰਤਰੀ ਹੁੰਦੇ ਸਨ, ਉਦੋਂ ਵੀ ਅਫਸਰਸ਼ਾਹੀ ਭਾਰੂ ਹੁੰਦੀ ਸੀ। ਅੱਜ ਵੀ ਅਫਸਰਸ਼ਾਹੀ ਜਿਹੜੀ ਆ ਉਹ ਭਾਰੂ ਆ। ਇਹ ਕਿਹਾ ਜਾਂਦਾ ਹੈ ਕਿ ਜਿਹੜੀ ਸਰਕਾਰ ਹੈ ਉਹ ਅਫਸਰਸ਼ਾਹੀ ਹੀ ਚਲਾਉਂਦੀ ਹੈ। ਇਹ ਸਟਾਈਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਇਹ ਸਟਾਈਲ ਹੁਣ ਜਿਹੜਾ ਜੀ ਉਹ ਉਹਨੂੰ ਬਦਲਦੇ ਨੇ ਜਾਂ ਨਹੀਂ, ਕਿਉਂਕਿ ਪਿਛਲੀ ਵਾਰੀ ਜਦੋਂ ਟਰਮ ਸੀਗੀ 2002 ਤੋਂ 7 ਤੱਕ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੱਤੇ ਪਾਣੀ 'ਚ ਪਾ ਦਿੱਤਾ ਸੀ ਉਹਨਾਂ ਦੇ ਇਸ ਸਟਾਈਲ ਨੇ। ਜਦੋਂ ਰਜਿੰਦਰ ਕੌਰ ਭੱਠਲ ਹੋਰੀ ਜਾ ਕੇ ਦਿੱਲੀ ਬਹਿ ਗਏ ਸੀਗੇ ਤੇ ਉਹਨਾਂ ਦੀ ਗੱਦੀ ਜਿਹੜੀ ਡਾਵਾਡੋਲ ਹੋ ਗਈ ਸੀ। ਅਜੇ ਚਲੋ ਇਹੋ ਜਿਹੀ ਸਥਿਤੀ ਤਾਂ ਨਹੀਂ ਬਣਦੀ ਦੀਦੀ ਕਿ ਗੱਦੀ ਜਿਹੜੀ ਹੈ ਜੀ ਉਹ ਡਾਵਾਡੋਲ ਹੋ ਗਈ, ਪਰ ਇਹ ਪਹਿਲੀ ਵਾਰੀ ਆ ਕਿ ਇਸ ਕਿਸਮ ਦਾ ਝਟਕਾ ਜਿਹੜਾ ਜੀ ਉਹ ਲੱਗ ਰਿਹਾ। ਜਿਹੜੀ ਇਹ ਮੰਤਰੀ ਮੰਡਲ ਦੀ ਮੀਟਿੰਗ ਸੀ, ਉਹਦੇ ਵਿੱਚੋਂ ਮੰਤਰੀ ਜਿਹੜੇ ਜੀ ਉਹ ਉੱਠ ਕੇ ਆ ਗਏ ਸੀਗੇ ਤੇ ਉੱਥੇ ਜਿਹੜਾ ਅਫਸਰਸ਼ਾਹੀ ਆ ਜੀ ਉਹ ਵੇਖਦੀ ਰਹਿ ਗਈ ਸੀ। ਰੋਟੀ ਜਿਹੜੀ ਉਹ ਪਕਾਈ ਰਹਿ ਗਈ, ਰੋਟੀ ਬਣਾਈ ਰਹਿ ਗਈ। ਕਿਸੇ ਨੇ ਜਿਹੜਾ ਜੀ ਉਹ ਰੋਟੀ ਵੀ ਨਾ ਜਿਹੜੀ ਉਹ ਖਾਧੀ। ਉਦੋਂ ਤੋਂ ਲੈ ਕੇ ਇਹ ਚਰਚਾ ਜਿਹੜਾ ਜੀ ਉਹ ਚੱਲ ਰਿਹਾ। ਅੱਜ ਫਿਰ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੱਲ੍ਹ ਨੂੰ ਜਿਹੜੀ ਮਾਫ਼ ਕਰਨਾ ਕੈਬਨਿਟ ਮੀਟਿੰਗ ਹੈ,
ਉਹਦੇ ਵਿੱਚ ਇਹਨੂੰ ਕਿਵੇਂ ਹੱਲ ਕਰਦੇ ਆ ਜੀ, ਇਹ ਵੇਖਣਾ ਜਿਹੜਾ ਉਹ ਹੋਊਗਾ। ਕਿਉਂਕਿ ਜੇ ਇਹਨਾਂ ਵਜ਼ੀਰਾਂ ਦੇ ਕਹੇ ਦੇ ਉੱਤੇ ਅਫਸਰਸ਼ਾਹੀ ਦਾ ਗਲਾ ਘੁੱਟਦੇ ਆ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰਨਾ ਨੀਗਾ। ਬਹੁਤੇ ਵਜ਼ੀਰ ਜਿਹੜੇ ਨੇ ਤੇ ਜਿਹੜੇ MLA ਨੇ ਉਹ ਅਫਸਰਸ਼ਾਹੀ ਤੋਂ ਔਖੇ ਬੜੇ ਨੇ। ਸਮੇਂ-ਸਮੇਂ ਦੇ ਉੱਤੇ ਅਫਸਰਸ਼ਾਹੀ ਜਿਹੜੀ ਹੈ ਜੀ ਉਹ ਵਿਵਾਦ ਦਾ ਵਿਸ਼ਾ ਜਿਹੜਾ ਉਹ ਬਣਦੀ ਰਹੀ ਹੈ। ਇੱਥੋਂ ਤੱਕ ਕਿ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ ਉਹ ਵੀ ਲਗਾਤਾਰ ਇਸ ਅਫਸਰਸ਼ਾਹੀ ਦੇ ਉੱਤੇ ਕਿੰਤੂ ਪਰੰਤੂ ਕਰਦੇ ਰਹੇ ਆ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਿਹਤ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਪੈਂਦਾ ਇਸ ਜਿਹੜਾ ਵੀ ਉਹ ਗੱਲ ਦਾ। ਪਰ ਹੁਣ ਕਿਉਂਕਿ ਇਹ ਮਾਮਲਾ ਜੁੜਿਆ ਹੋਇਆ ਵਜ਼ੀਰਾਂ ਦੇ ਨਾਲ ਔਰ ਵਜ਼ੀਰ ਜਿਹੜੇ ਉੱਠ ਕੇ ਆਏ ਨੇ ਮੀਟਿੰਗ ਦੇ ਵਿੱਚ, ਤੇ ਇਹਨੂੰ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ। ਕੰਪਲੀਟ ਇਗਨੋਰ ਕਰਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਔਖਾ ਹੋਊਗਾ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਜ਼ੀਰਾਂ ਨੂੰ ਹੁਣ ਆਪਣੇ ਸਟੈਂਡ ਤੇ ਕਾਇਮ ਰਹਿਣਾ ਚਾਹੀਦਾ ਤੇ ਮਾਣ ਸਨਮਾਨ ਖਾਤਰ ਪਿਛਾਂਹ ਨਹੀਂ ਹਟਣਾ ਚਾਹੀਦਾ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਹੈ ਕਿ ਉਹ ਵਜ਼ੀਰਾਂ ਦੇ ਨਾਲ ਖੜਨਗੇ ਜਾਂ ਅਫਸਰਸ਼ਾਹੀ ਦਾ ਪੱਖ ਜਿਹੜਾ ਜੀ ਉਹ ਪੂਰਨਗੇ। ਔਰ ਜਿਹੜਾ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਸ਼ਰਾਬ ਨੂੰ ਲੈ ਕੇ ਪਾਲਿਸੀ ਬਣ ਰਹੀ ਆ ਉਹਦੇ ਤੋਂ ਇਹ ਵਜ਼ੀਰ ਜਿਹੜੇ ਔਖੇ ਹੋਏ ਆ। ਵਜ਼ੀਰ ਇਹ ਗੱਲ ਕਹਿੰਦੇ ਆ ਕਿ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਸ਼ੁਰੂ ਕੀਤੀ ਸੀ ਮਨਪ੍ਰੀਤ ਬਾਦਲ ਹੋਰਾਂ ਨੇ, ਔਰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਦੋਂ ਹਰ ਵਾਰੇ ਘਾਟਾ ਜਿਹੜਾ ਜੀ ਉਹ ਪੈ ਰਿਹਾ ਤੇ ਫਿਰ ਇਹ ਜਿਹੜੇ ਅਫਸਰ ਨੇ ਉਹ ਪਾਲਿਸੀ ਬਣਾ ਕੇ ਸਾਡੇ ਮੂਹਰੇ ਧਰ ਦਿੰਦੇ ਆ ਤੇ ਜਵਾਬਦੇਹੀ ਸਾਡੀ ਹੋ ਜਾਂਦੀ ਹੈ ਵੀ ਘਾਟਾ ਕਿਉਂ ਪੈ ਰਿਹਾ, ਤੇ ਸਾਨੂੰ ਇਹਦੇ ਵਿੱਚ ਸ਼ਾਮਿਲ ਹੀ ਕਿਤੇ ਨਹੀਂ ਕੀਤਾ ਗਿਆ ਕਿ ਕਿਹੜੇ ਤਰੀਕੇ ਦੀ ਪਾਲਿਸੀ ਬਣਾਉਣੀ ਹੈ, ਕੀ ਇਹਦੇ ਵਿੱਚ ਜਿਹੜਾ ਜੀ ਉਹ ਕਰਨਾ। ਕਿਉਂਕਿ ਅਫਸਰਾਂ ਦੇ ਬਹੁਤੇ ਜਿਹੜੇ ਨੇੜਲੇ ਨੇ ਉਹ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਨੇ। ਸੋਚੋ ਉਹ ਉਹਨਾਂ ਦਾ ਫਾਇਦਾ ਜਿਹੜਾ ਜੀ ਉਹ ਦੇਖਦੇ ਆ ਕਿ ਉਹਨਾਂ ਦਾ ਫਾਇਦਾ ਕਿਵੇਂ ਹੁੰਦਾ। ਪੰਜਾਬ ਪਵੇ ਢੱਠੇ ਖੂਹ 'ਚ, ਪੰਜਾਬ ਦੀ ਕਿਸੇ ਨੂੰ ਬਹੁਤੀ ਫਿਕਰ ਨਹੀਂ ਹੈਗੀ ਇਹਨਾਂ ਅਫਸਰਾਂ ਦੇ ਵਿੱਚੋਂ। ਉਹ ਤਾਂ ਆਪਣਾ ਦੇਖਦੇ ਆ ਕਿ ਅਸੀਂ ਇਹਦੇ ਵਿੱਚੋਂ ਕਿੰਨੇ ਪੈਸੇ ਜਿਹੜੇ ਆ ਜੀ ਉਹ ਬਣਾ ਜਿਹੜਾ ਉਹ ਸਕਦੇ। ਹੁਣ ਕਈ ਵਜ਼ੀਰ ਜਿਹੜੇ ਨੇ ਉਹ ਮੁੱਖ ਸਕੱਤਰ ਜਿਹੜੇ ਉਹਨੂੰ ਲਾਂਭੇ ਕਰਨ ਦੀ ਮੰਗ ਕਰ ਰਹੇ ਆ। ਕਰਨਲ ਅਵਤਾਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਸਕੱਤਰ ਨੇ, 31 ਅਗਸਤ ਨੂੰ ਉਹਨਾਂ ਨੇ ਰਿਟਾਇਰ ਹੋਣਾ। ਬਹੁਤੀ ਸੰਭਾਵਨਾ ਹੈ ਕਿ ਮੁੱਖ ਮੰਤਰੀ ਵਜ਼ੀਰਾਂ ਨੂੰ ਪੜੋਸ ਲੈਣਗੇ ਤੇ ਉੱਪਰੋਂ ਮੁੱਖ ਸਕੱਤਰ ਤੋਂ ਵੀ ਗਲਤੀ ਦਾ ਅਹਿਸਾਸ ਜਿਹੜਾ ਦੀ ਉਹ ਕਰਾ ਦੇਣਗੇ। ਕੈਪਟਨ ਅਮਰਿੰਦਰ ਸਿੰਘ ਹੋਰੀ ਇਦੋਂ ਵੱਧ ਕੋਈ ਹੋਰ ਵੱਡਾ ਫੈਸਲਾ ਲੈਣ ਨਹੀਂ ਲੱਗੇ ਇਸ ਮਾਮਲੇ ਦੇ ਵਿੱਚ। ਜਦੋਂ ਇਹ ਮੀਟਿੰਗ ਕਰਨ ਆਏ ਆ ਜਿਹੜੇ ਮੁੱਖ ਸਕੱਤਰ, ਤੇ ਉਦੋਂ ਪਹਿਲਾਂ ਉਹ ਮੁੱਖ ਮੰਤਰੀ ਨੂੰ ਮਿਲ ਕੇ ਜਿਹੜਾ ਦੀ ਉਹ ਆਏ ਸੀਗੇ, ਮਤਲਬ ਕਿ ਉਹਨਾਂ ਕੋਲੋਂ ਸਹੀ ਪਵਾ ਕੇ ਲੈ ਕੇ ਆਏ ਸੀ ਜੋ ਕੁਝ ਉਹ ਸੁਣਾਉਣ ਲੱਗੇ ਸੀ ਇੱਥੇ ਆ ਕੇ। ਤੇ ਇਹਨਾਂ ਨੇ ਇਹ ਕਹਿਤਾ ਕਿ ਅਸੀਂ ਤਾਂ ਹੁਣ ਸੁਣਨਾ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਜਿਹੜੇ ਉਹ ਕਹਿੰਦੇ ਆ ਕਿ ਅੱਖੜ ਰਵੱਈਏ ਵਾਲੇ ਅਧਿਕਾਰੀਆਂ ਨੂੰ ਨੱਥ ਪਾਉਣ ਦਾ ਸਮਾਂ ਆ ਗਿਆ ਔਰ ਨੌਕਰਸ਼ਾਹੀ ਜਿਹੜੀ ਆ ਉਹ ਲੋਕ ਨੁਮਾਇੰਦਿਆਂ ਪ੍ਰਤੀ ਗਲਤ ਵਿਵਹਾਰ ਕਿਸੇ ਤਰ੍ਹਾਂ ਬਰਦਾਸ਼ਤ ਜਿਹੜੀ ਉਹ ਨਹੀਂ ਕਰੂਗੀ। ਸੁਨੀਲ ਜਾਖੜ ਹੋਰਾਂ ਦਾ ਕਹਿਣਾ ਆਪਣੀ ਜਗ੍ਹਾ ਦੇ ਉੱਤੇ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਲੱਗਦਾ ਨਹੀਂ ਕਿ ਕੋਈ ਇਹਦੇ ਸੰਬੰਧੀ ਕੋਈ ਬਹੁਤ ਵੱਡਾ ਸਖਤ ਫੈਸਲਾ ਜਿਹੜਾ ਜੀ ਉਹ ਲੈ ਲੈਣਗੇ। ਪਰ ਸਵਾਲ ਇੱਥੇ ਇੱਕ ਜ਼ਰੂਰ ਅੜਿਆ ਹੋਇਆ ਆ ਕੇ ਕਿ ਜਿਹੜੇ ਮੰਤਰੀ ਨੇ ਕਿ ਉਹ ਜਾਨ ਬਚੀ ਸੋ ਲੱਖੋਂ ਪਾਏ ਵਾਲੀ ਜਿਹੜੀ ਜੀ ਉਹ ਗੱਲ ਕਰਨਗੇ, ਕਿਉਂਕਿ ਅਜਿਹੀਆਂ ਗੱਲਾਂ ਵੀ ਜਿਹੜੀਆਂ ਬਾਹਰੋਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੇ ਵਜ਼ੀਰਾਂ ਤੋਂ ਨਹੀਂ ਸੰਭਲਦਾ ਤੇ ਪਾਸੇ ਹੋ ਜਾਣ, ਪਿੱਛੇ ਉਹਨਾਂ ਦੀ ਜਗ੍ਹਾ ਲੈਣ ਦੇ ਵਾਸਤੇ ਹੋਰ ਖੜੇ ਨੇ। ਮਤਲਬ ਕਿ ਪਾਟੋ ਧਾੜਤਾ ਜਿਹੜੀ ਜੀ ਉਹ ਅੰਦਰ ਖਾਤੇ ਹੋਈ ਹੈ। ਕਾਂਗਰਸ ਕੋਲੇ ਲੋੜ ਤੋਂ ਵੱਧ ਜਿਹੜੇ MLAs ਨੇ ਉਹ ਜ਼ਿਆਦਾ ਮੁਸ਼ਕਲ ਖੜੀ ਜਿਹੜੀ ਉਹ ਕਰ ਰਹੇ ਨੇ ਜੀ। ਪੰਜਾਬ ਦੇ ਸਿਹਤ ਵਿਭਾਗ ਦੀ ਆਪਾਂ ਜਿਹੜੀ ਜੇ ਗੱਲ ਕਰੀਏ ਤਾਂ ਪਹਿਲਾਂ ਤਾਂ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਗਿਣਤੀ ਆ ਉਹ 1800 ਤੋਂ ਕ੍ਰੋਸ ਕਰ ਗਈ, 1850 ਦੇ ਨੇੜੇ ਜਿਹੜੀ ਆ ਉਹ ਚਲੀ ਗਈ ਹੋਈ ਆ। ਬੜੀ ਤੇਜ਼ੀ ਦੇ ਨਾਲ ਪਿਛਲੇ 3 ਦਿਨਾਂ ਦੇ ਵਿੱਚ ਇਹ ਅੰਕੜਾ ਵਧਿਆ। ਅੰਮ੍ਰਿਤਸਰ ਦੇ ਵਿੱਚ 295, ਜਲੰਧਰ 'ਚ 175, ਲੁਧਿਆਣਾ 'ਚ 125, ਗੁਰਦਾਸਪੁਰ 'ਚ 116, ਤਰਨਤਾਰਨ 'ਚ 157, ਨਵਾਂ ਸ਼ਹਿਰ 'ਚ 103, ਮੋਹਾਲੀ 'ਚ 102 ਮਾਮਲੇ ਜਿਹੜੇ ਆ ਉਹ ਹੋ ਗਏ ਹੋਏ ਆ। ਕੋਈ 3800 ਦੇ ਕਰੀਬ ਮਾਮਲੇ ਨੇ ਜਿਨ੍ਹਾਂ ਦਾ ਅਜੇ ਇੰਤਜ਼ਾਰ ਜਿਹੜਾ ਵੀ ਉਹ ਹੈ। ਉਧਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਸੰਬੰਧੀ ਜਾਰੀ ਤਾਜ਼ਾ ਦਿਸ਼ਾ ਨਿਰਦੇਸ਼ ਭੰਬਲ ਭੂਸਾ ਪੈਦਾ ਕਰਨ ਵਾਲੇ ਆ। ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਇਹ ਕਹਿਣਾ ਜੀ ਕਿ ਹਾਲ ਦੀ ਘੜੀ ਕਰੋਨਾ ਪ੍ਰਭਾਵਿਤ ਵਿਅਕਤੀਆਂ ਦਾ ਪੁਰਾਣੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਇਲਾਜ ਤੇ ਉਹਨਾਂ ਨੂੰ ਇਕਾਂਤ ਦੇ ਵਿੱਚ ਰੱਖਣ ਦਾ ਬੰਦੋਬਸਤ ਕੀਤਾ ਜਾਊਗਾ। ਕੇਂਦਰ ਦੀ ਸਰਕਾਰ ਨੇ ਪਿਛਲੇ ਦਿਨੀ ਜਾਰੀ ਦਿਸ਼ਾ ਨਿਰਦੇਸ਼ ਇਹ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਕਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋ ਜਾਂਦੀ ਆ ਪਰ ਬਾਹਰੀ ਤੌਰ ਦੇ ਉੱਤੇ ਲੱਛਣ ਵਿਖਾਈ ਨਹੀਂ ਦਿੰਦੇ, ਭਾਵ ਖੰਘ ਬੁਖਾਰ ਜਾਂ ਕੋਈ ਹੋਰ ਲੱਛਣ ਜਿਹੜੇ ਉਹ ਵਿਅਕਤੀ ਨੂੰ ਜਿਹੜੇ ਉਹ ਨਹੀਂ ਦਿਸਦੇ, ਤਾਂ ਉਹਨੂੰ ਘਰ ਦੇ ਅੰਦਰ ਰੱਖਣ ਦੇ ਜਿਹੜਾ ਵੀ ਹਸਪਤਾਲ ਤੋਂ ਬਿਨਾਂ ਵੀ
ਲੱਛਣਾਂ ਵਾਲੇ ਮਰੀਜ਼ਾਂ ਦੀ ਬਿਨਾਂ ਪਰਖ ਕੀਤੇ 10 ਦਿਨਾਂ ਛੁੱਟੀ ਜਿਹੜੀ ਉਹ ਕਰ ਦਿੱਤੀ ਜਾਊਗੀ। ਕੇਂਦਰ ਸਰਕਾਰ ਦੇ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਉਲਟ ਰਾਜ ਸਰਕਾਰ ਦੇ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਅਧਿਕਾਰੀ ਇਹ ਕਹਿੰਦੇ ਆ ਕਿ ਕੇਂਦਰ ਸਰਕਾਰ ਦੇ ਤਾਜ਼ਾ ਨਿਰਦੇਸ਼ ਆਪਾ ਵਿਰੋਧੀ ਨੇ। ਸਭ ਤੋਂ ਪਹਿਲਾਂ ਤਾਂ ਕੇਂਦਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਦੇ ਵਾਸਤੇ ਜਿਹੜਾ ਜੀ ਉਹ ਕੁਆਰੰਟਾਈਨ ਕਰਨਾ, ਜਦੋਂ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਵਿੱਚ ਬਾਹਰੀ ਤੌਰ ਦੇ ਉੱਤੇ ਕੋਈ ਲੱਛਣ ਦਿਖਾਈ ਨਹੀਂ ਦਿੰਦਾ, ਪਰ ਕਈ ਵਾਰੀ ਇਹਨਾਂ ਵਿਅਕਤੀਆਂ ਦੇ ਟੈਸਟ ਤੋਂ ਬਾਅਦ ਇਲਾਜ ਦੇ ਲੱਛਣ ਜਿਹੜੇ ਵੀ ਉਹ ਪਾਏ ਜਾਂਦੇ। ਪੰਜਾਬ ਦੇ ਅਧਿਕਾਰੀਆਂ ਦਾ ਇਹ ਕਹਿਣਾ ਕਿ ਹਾਲ ਦੀ ਘੜੀ ਪਹਿਲਾਂ ਵਾਲੇ ਦਿਸ਼ਾ ਨਿਰਦੇਸ਼ ਮੁਤਾਬਕ ਜਿਵੇਂ ਦੇਸ਼ ਦੇ ਬਾਕੀ ਸੂਬਿਆਂ ਤੋਂ ਆਉਣ ਵਾਲੇ ਪੰਜਾਬੀ ਜਿਹੜੇ ਕਿਸੇ ਸਮੂਹ ਦੇ ਰੂਪ ਦੇ ਵਿੱਚ ਆਉਣਗੇ ਤਾਂ ਸਭ ਦੇ ਟੈਸਟ ਕੀਤੇ ਜਾਣਗੇ, ਇਲਾਜ ਦੇ ਲੱਛਣ ਮਿਲਣਗੇ ਤਾਂ ਉਹਨਾਂ ਨੂੰ ਆਈਸੋਲੇਸ਼ਨ ਕੇਂਦਰਾਂ ਵਿੱਚ ਭੇਜਿਆ ਜਾਊਗਾ। ਹੋਰਨਾਂ ਸੂਬਿਆਂ ਤੋਂ ਜੇ ਕੋਈ ਗਰੁੱਪ ਦੀ ਥਾਂ ਕੱਲਾ ਆਉਂਦਾ ਤਾਂ ਉਹਨੂੰ ਲੱਛਣਾਂ ਦੇ ਮੁਤਾਬਕ ਹੀ ਕਾਰਵਾਈ ਅਮਲ ਦੇ ਵਿੱਚ ਜਿਹੜੀ ਹੈ ਜੀ ਉਹ ਲਿਆਂਦੀ ਜਾਊਗੀ। ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਇਸ ਸਮੇਂ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਤੋਂ ਬਾਅਦ ਵਿਅਕਤੀ ਨੂੰ ਮਰੀਜ਼ ਮੰਨ ਕੇ ਆਈਸੋਲੇਸ਼ਨ ਕੇਂਦਰ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਂਦਾ। ਇਸ ਕਰਕੇ ਇਹ ਜਿਹੜਾ ਭੱਬਲ ਭੂਸਾ ਕੇਂਦਰ ਦੀ ਸਰਕਾਰ ਦਾ ਹੋਰ ਤੇ ਪੰਜਾਬ ਦੇ ਸਿਹਤ ਵਿਭਾਗ ਦਾ ਹੋਰ, ਇਹ ਕਿਤੇ ਨਾ ਕਿਤੇ ਮੁਸ਼ਕਲਾਂ ਜਿਹੜੀਆਂ ਜੀ ਉਹ ਖੜੀਆਂ ਕਰ ਰਿਹਾ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਹਰ ਗੱਲ ਦੇ ਵਿੱਚ ਉਹਦੀ ਦਖਲ ਅੰਦਾਜ਼ੀ ਜਿਹੜੀ ਦੀ ਉਹ ਆ ਕਿ ਉਹ ਇਹ ਪਤਾ ਕਰੂਗੀ ਕਿਹੜੇ ਪਿੰਡ ਦੀ ਸਥਿਤੀ ਕੀ ਹੈ, ਕਿਹੜੇ ਸ਼ਹਿਰ ਦੀ ਸਥਿਤੀ ਕੀ ਹੈ, ਜਦੋਂ ਕਿ ਇਹ ਚੀਜ਼ਾਂ ਸੂਬਿਆਂ ਦੇ ਉੱਤੇ ਜਿਹੜੀਆਂ ਉਹ ਛੱਡੀਆਂ ਜਾਣੀਆਂ ਚਾਹੀਦੀਆਂ। ਇਹਦੇ ਵਿੱਚ ਮਹਾਂਮਾਰੀ ਦੇ ਵਿੱਚ ਜਿਹੜਾ ਸੂਬਿਆਂ ਨੂੰ ਆਪੋ ਆਪਣੇ ਪਿੱਤਰੀ ਰਾਜਾਂ ਨੂੰ ਜਾ ਰਹੇ ਜਿਹੜੇ ਮਜ਼ਦੂਰ ਨੇ ਉਹ ਵੱਡੀ ਗਿਣਤੀ ਉਹਨਾਂ ਦੀ ਜਿਹੜੀ ਦੀ ਉਹ ਜਾਰੀ ਹੈ। ਵੱਖ-ਵੱਖ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਤੋਂ ਇਹ ਪ੍ਰਵਾਸੀ ਜਿਹੜੇ ਕਾਮੇ ਨੇ ਉਹ ਆਪਣੇ ਪਿੱਤਰੀ ਰਾਜਾਂ ਨੂੰ ਜਾ ਰਹੇ ਨੇ। ਬਠਿੰਡੇ ਤੋਂ ਕੋਈ 2600 ਦੇ ਕਰੀਬ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ 2 ਰੇਲ ਗੱਡੀਆਂ ਦੇ ਰਾਹੀਂ ਆਪਣੀ ਜਿਹੜੀ ਪਿੱਤਰੀ ਰਾਜ ਵੱਲ ਨੂੰ ਚਾਲੇ ਪਾਏ। ਬਠਿੰਡਾ ਜੰਕਸ਼ਨ ਤੋਂ ਇੱਕ ਰੇਲ ਗੱਡੀ ਸਵੇਰੇ ਬਿਹਾਰ ਤੇ ਦੂਜੀ ਸ਼ਾਮ ਨੂੰ ਝਾਰਖੰਡ ਗਈ। ਪਰਿਵਾਰਾਂ ਨੂੰ ਮਿਲਣ ਦੇ ਵਾਸਤੇ ਉਤਾਵਲੇ ਪ੍ਰਵਾਸੀ ਪਰਿਵਾਰ ਜਿਹੜੇ ਸੀ ਗੁਆਂਢੀ ਜ਼ਿਲ੍ਹਿਆਂ ਤੋਂ ਪੈਦਲ ਚੱਲ ਕੇ ਇੱਥੇ ਪਹੁੰਚੇ। ਸਵੇਰੇ 1388 ਜਿਹੜੇ ਯਾਤਰੀ ਸੀ ਗਏ। ਇਹ ਪਹਿਲੀ ਰੇਲ ਬਿਹਾਰ ਦੇ ਸ਼ਹਿਰ ਮੁਜ਼ੱਫਰਪੁਰ ਗਈ। ਸ਼ਾਮ ਨੂੰ 1188 ਪ੍ਰਵਾਸੀਆਂ ਦੀ ਭਰੀ ਇੱਕ ਹੋਰ ਜਿਹੜੀ ਰੇਲ ਸੀ ਉਹ ਝਾਰਖੰਡ ਲਈ ਰਵਾਨਾ ਹੋਈ। ਸਫ਼ਰ ਕਰਨ ਵਾਲੇ ਮਜ਼ਦੂਰਾਂ ਦੇ ਵਿੱਚ ਕੁਝ 600 ਦੀ ਗਿਣਤੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਕਾਮਿਆਂ ਦੀ ਸੀਗੀ। ਜਿਹੜੇ ਇਸ ਮੌਕੇ ਦੇ ਉੱਤੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੇ ਇਹ ਕਿਹਾ ਕਿ ਦੋਵਾਂ ਰੇਲ ਗੱਡੀਆਂ ਦੇ ਵਾਸਤੇ ਜਿਹੜਾ 7,21,000 ਤੇ 7,12,000 ਰੁਪਇਆ ਪੰਜਾਬ ਸਰਕਾਰ ਨੇ ਜਿਹੜਾ ਉਹ ਚੁੱਕਿਆ। ਇੱਕ ਵੀਡੀਓ ਜਿਹੜੀ ਜੀ ਉਹ ਵਾਇਰਲ ਹੋਈ ਰਾਜਾ ਵੜਿੰਗ ਹੋਰਾਂ ਦੀ ਤੇ ਉਹਨਾਂ ਦੇ ਸਾਥੀਆਂ ਦੀ, ਜਿਹੜੇ ਉਹਨਾਂ ਨੂੰ ਪੋਸਟਰ ਜਿਹੜਾ ਦੀ ਉਹ ਦੇ ਰਹੇ ਆ ਛੋਟੇ ਜਿਹੜੇ ਛਪਵਾਏ ਹੋਏ, ਔਰ ਨਾਲ ਦੀ ਨਾਲ ਇਹ ਦੱਸ ਰਹੇ ਆ ਕਿ ਤੁਸੀਂ ਧਿਆਨ ਰੱਖਣਾ ਇਹ ਜਿਹੜਾ ਇਹਦਾ ਖਰਚਾ ਉਹ ਕਾਂਗਰਸ ਨੇ ਕੀਤਾ, ਇਹਦਾ ਖਰਚਾ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਜੀ ਉਹ ਕੀਤਾ। ਔਰ ਉਹ ਇਹ ਵੀ ਦੱਸ ਰਹੇ ਸੀਗੇ ਕਿ 35 ਕਰੋੜ ਰੁਪਈਆ ਰਾਖਵਾਂ ਜਿਹੜਾ ਜੀ ਉਹ ਰੱਖਿਆ ਗਿਆ ਔਰ ਇਹਨਾਂ ਦੇ ਜਿਹੜਾ ਜੀ ਉਹ ਵਾਸਤੇ। ਇਹ ਜਿਹੜੇ ਮਜ਼ਦੂਰ ਸੀ ਬਠਿੰਡੇ ਤੋਂ ਇਲਾਵਾ ਫਰੀਦਕੋਟ, ਫਾਜ਼ਿਲਕਾ, ਮੋਗਾ ਤੋਂ ਵੀ ਜਿਹੜੇ ਜੀ ਉਹ ਗਏ। ਵਿਸ਼ੇਸ਼ ਬੱਸਾਂ, ਵਿਸ਼ੇਸ਼ ਟ੍ਰੇਨਾਂ। ਲੁਧਿਆਣੇ ਦੇ ਵਿੱਚ ਤਾਂ ਜਿਹੜੀ 2 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਸੀ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ, ਜਿਹੜੇ ਬੱਸਾਂ ਦੇ ਵਿੱਚ ਚੜ੍ਹਨ ਦੇ ਵਾਸਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀਗੇ। ਹੁਣ ਸਵਾਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਖਾਲੀ ਹੁੰਦਾ ਤੁਰਿਆ ਜਾ ਰਿਹਾ ਪੰਜਾਬ ਦੇ ਵਿੱਚ, ਤਾਂ ਪੰਜਾਬ ਕਿਸੇ ਨਵੀਂ ਵੱਡੀ ਸਮੱਸਿਆ ਵੱਲ ਨੂੰ ਵੱਧ ਰਿਹਾ ਜਿਹੜਾ ਜੀ ਉਹ ਪ੍ਰਤੀਤ ਹੋ ਰਿਹਾ ਜੀ ਕਿਤੇ ਨਾ ਕਿਤੇ। ਇਹ ਪੰਜਾਬ ਜਿਹੜਾ ਜੀ ਉਹ ਫਿਰ ਪ੍ਰਵਾਸੀ ਮਜ਼ਦੂਰਾਂ ਦੀ ਜਗ੍ਹਾ ਦੇ ਉੱਤੇ ਕਿਵੇਂ ਜਿਹੜਾ ਜੀ ਕੰਮਕਾਰ ਆਪਣਾ ਚਲਾਊਗਾ, ਚਾਹੇ ਇੰਡਸਟਰੀ ਹੈ ਤੇ ਚਾਹੇ ਉਹ ਕਿਸਾਨੀ ਹੈ ਜੀ। ਕੁਝ ਸਮਾਂ ਪਹਿਲਾਂ ਇੱਥੇ ਅੰਮ੍ਰਿਤਸਰ ਦੇ ਵਿੱਚੋਂ ਜਿਹੜੀ ਸੀ ਸਰਹੱਦ ਪਾਰੋਂ ਆਈ 532 ਕਿਲੋ ਹੈਰੋਇਨ ਦਾ ਮਾਮਲਾ ਬੜਾ ਭਖਿਆ। ਇਹ ਗੁਜਰਾਤ ਦੇ ਰਾਹੀਂ ਇਹਦੀਆਂ ਤਾਰਾਂ ਕੁਝ ਜਿਹੜੀਆਂ ਜੀ ਉਹ ਜੁੜੀਆਂ ਸੀਗੀਆਂ। ਕੁਝ ਲੋਕ ਅਰੈਸਟ ਵੀ ਹੋਏ ਸੀ। ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇੱਕ ਅਕਾਲੀ ਆਗੂ ਦੀ ਕੋਠੀ ਦੇ ਵਿੱਚੋਂ ਜਿਹੜੀ ਇਹ ਸਮਾਨ ਮਿਲਿਆ ਸੀਗਾ ਵੱਡੀ ਮਾਤਰਾ ਦੇ ਵਿੱਚ। ਪਹਿਲਾਂ ਉਹ ਤਿੱਬਦਾ ਰਿਹਾ, ਫਿਰ ਉਹਨੂੰ ਜਿਹੜਾ ਵੀ ਉਹ ਅਰੈਸਟ ਕੀਤਾ ਗਿਆ ਸੀਗਾ। ਇਹਦੀਆਂ ਤਾਰਾਂ ਇੱਕ ਜਿਹੜੇ ਕਾਂਗਰਸੀ ਕੌਂਸਲਰ ਆ ਉਹਦੇ ਮੁੰਡੇ ਦੇ ਨਾਲ ਵੀ ਜੁੜੀਆਂ ਸੀਗੀਆਂ। ਇੱਕ ਵਿਅਕਤੀ ਜਿਹੜਾ ਵੀ ਇਟਲੀ ਦੇ ਵਿੱਚ ਵੀ ਜਿਹੜਾ ਉਹ ਡਿਟੇਨ ਕੀਤਾ ਗਿਆ ਸੀ। ਅਜੇ ਉਹਨੂੰ ਵਾਪਸ ਨਹੀਂ ਲਿਆਂਦਾ ਜਾ ਸਕਿਆ ਕਿਉਂਕਿ ਮਹਾਂਮਾਰੀ ਜਿਹੜੀ ਸੀ ਉਹਦਾ ਜ਼ਿਆਦਾ ਉਸ ਪਾਸੇ ਵੱਲ ਮੁਲਕ ਜਿਹੜੇ ਉਹ ਉਲਝ ਗਏ ਜੀ।
ਇੱਥੇ ਸਰਸਾ ਤੋਂ ਗ੍ਰਿਫਤਾਰ ਕੀਤੇ ਗਏ ਜਿਹੜਾ ਵਿਅਕਤੀ ਆ ਰਣਜੀਤ ਉਰਫ ਚੀਤਾ, ਉਹਦੇ ਤੋਂ ਹੁਣ ਜਿਹੜੀ ਜੀ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨੂੰ ਬੜੀ ਵੱਡੀ ਆਪਣੀ ਕਾਮਯਾਬੀ ਮੰਨ ਰਿਹਾ NIA, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਜੀ ਖਾਸ ਤੌਰ ਦੇ ਉੱਤੇ, ਕਿਉਂਕਿ ਰਣਜੀਤ ਚੀਤਾ ਜਿਹੜਾ ਜੀ ਉਹਦੇ ਬਾਰੇ ਚ ਪੁੱਛ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਉਹਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਆ ਉਹ ਬਣਾਈ ਆ। ਜਿਹੜੀਆਂ NIA ਆ ਉਸ ਤੋਂ ਪੁੱਛਗਿੱਛ ਕਰ ਰਹੀ ਆ NCB, IB ਤੇ ਰॉ ਵੀ ਹੁਣ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਨੇ। ਪੁਲਿਸ ਦੇ ਵੱਲੋਂ ਜਿਹੜਾ ਇਹ ਰਣਜੀਤ ਚੀਤਾ ਇਹਦੀ ਗੈਰ ਕਾਨੂੰਨੀ ਧੰਦੇ ਦੇ ਰਾਹੀਂ ਬਣਾਈ ਗਈ ਜਾਇਦਾਦ ਦਾ ਪਤਾ ਲਾਉਣ ਦਾ ਕੰਮ ਵੀ ਸ਼ੁਰੂ ਜਿਹੜਾ ਕੀਤਾ ਗਿਆ ਤਾਂ ਕਿ ਇਸ ਜਾਇਦਾਦ ਨੂੰ ਅਟੈਚ ਕੀਤਾ ਜਾ ਸਕੇ, ਜ਼ਬਤ ਕੀਤਾ ਜਾ ਸਕੇ। ਇਹ ਜਿਹੜਾ ਰਣਜੀਤ ਚੀਤਾ ਹੈ ਇਹ ਸਰਸਾ ਦੇ ਪਿੰਡ ਬੇਗੂ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਆਪਣਾ ਨਾਮ ਗੋਰਾ ਦੱਸ ਕੇ ਰਹਿ ਰਿਹਾ ਸੀਗਾ। ਇਹ ਤੋਂ ਪਹਿਲਾਂ ਉਹ ਕਈ ਧਾਰਮਿਕ ਸਥਾਨਾਂ ਦੇ ਉੱਤੇ ਵੀ ਰਹਿੰਦਾ ਰਿਹਾ ਔਰ ਉਹ ਪੁਲਿਸ ਨੂੰ ਜੂਨ ਮਹੀਨੇ ਤੋਂ ਲੋੜੀਂਦਾ ਜਦੋਂ ਕਸਟਮ ਵਿਭਾਗ ਨੇ ਸਰਹੱਦ ਪਾਰੋਂ ਆਈ 532 ਕਿਲੋ ਹੈਰੋਇਨ ਜਿਹੜੀ ਦੀ ਉਹ ਫੜੀ ਸੀਗੀ। ਤੇ ਰਣਜੀਤ ਚੀਤੇ ਨੂੰ ਉਹਦੇ ਭਰਾ ਗਗਨਦੀਪ ਭੋਲਾ ਜਿਹੜਾ ਜੀ ਉਹਦੇ ਸਣੇ ਪਿਛਲੇ ਦਿਨੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ। ਪੁਲਿਸ ਨੇ ਉਹਦੇ ਬਾਕੀ ਹੋਰ ਸਾਥੀਆਂ ਦੀ ਗ੍ਰਿਫਤਾਰੀ ਦੇ ਵਾਸਤੇ ਵੀ ਜਿਹੜੀ ਜੀ ਉਹ ਵਿਉਂਤਬੰਦੀ ਕੀਤੀ ਆ। ਇਹਦੇ ਵਿੱਚ ਇੱਕ ਔਰਤ ਵੀ ਸ਼ਾਮਲ ਜਿਹੜੀ ਦੀ ਉਹ ਦੱਸੀ ਜਾ ਰਹੀ ਹੈ। ਇਹਦੇ ਦੌਰਾਨ ਪੁਲਿਸ ਨੇ ਉਹਦੇ ਇੱਕ ਭਰਾ ਕੁਲਦੀਪ ਸਿੰਘ ਨੂੰ ਵੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ ਪੜਤਾਲ ਜਿਹੜੀ ਦੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਰਣਜੀਤ ਚੀਤਾ ਇਹਦੇ ਤੋਂ ਪੁੱਛਗਿੱਛ ਜਿਹੜਾ ਦੀ ਉਹ ਕਰਨ ਤੋਂ ਬਾਅਦ ਪੁਲਿਸ ਕਈ ਹੋਰ ਗ੍ਰਿਫਤਾਰੀਆਂ ਜਿਹੜੀਆਂ ਉਹ ਕਰ ਸਕਦੀ ਆ, ਅਜਿਹੀ ਸੰਭਾਵਨਾ ਹੈ। ਜਿਵੇਂ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਜਿਹੜੀ ਜੀ ਉਹ ਮੰਨੀ ਜਾ ਰਹੀ ਹੈ NIA ਦੀ ਤੇ ਪੰਜਾਬ ਪੁਲਿਸ ਦੀ। ਹੁਣ ਜਿਹੜੀਆਂ ਏਜੰਸੀਆਂ ਨੇ ਉਹ ਵੀ ਇਹਦੇ ਤੋਂ ਨਿਰੰਤਰ ਪੁੱਛਗਿੱਛ ਕਰ ਰਹੀਆਂ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਇਹਦੇ ਜਿਹੜੇ ਤਾਰ ਨੇ ਇੱਕ ਤਾਂ ਜਿਹੜਾ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਹੜਾ ਹੈ ਮਨੀ ਲਾਂਡਰਿੰਗ ਉਹਦੇ ਨਾਲ ਜੁੜਦੀਆਂ ਨੇ। ਇਹਦੀਆਂ ਤਾਰਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਜਿਹੜੀ ਹਿਜ਼ਬੁਲ ਮੁਜਾਹਿਦੀਨ ਹੈ ਉਹਦੇ ਨਾਲ ਵੀ ਜਿਹੜੀਆਂ ਉਹ ਜੁੜਦੀਆਂ ਦੱਸੀਆਂ ਜਾ ਰਹੀਆਂ ਨੇ। ਜੇ ਕੌਮੀ ਜਾਂਚ ਏਜੰਸੀ ਦੀ ਗੱਲ ਚੱਲੀ ਹੈ ਤਾਂ NIA ਨੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਇੱਕ ਮੰਦਿਰ ਹੈ ਜਿੱਥੇ ਛਪਦੀ ਰਹੀ ਜਾਲੀ ਕਰੰਸੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਔਰ ਇਸ ਮਾਮਲੇ 'ਚ ਮੰਦਿਰ ਦੇ ਪੁਜਾਰੀ ਸਣੇ 6 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਇਹ ਸਾਰੇ ਇਸੇ ਮੰਦਿਰ ਤੋਂ ਜਾਲੀ ਕਰੰਸੀ ਛਾਪ ਰਹੇ ਸੀਗੇ ਔਰ ਇਹਦਾ ਸੰਗੀਨ ਪੱਖ ਇਹ ਹੈ ਕਿ ਮੰਦਿਰ ਦਾ ਪੁਜਾਰੀ ਇਸ ਘਿਨਾਉਣੇ ਕੰਮ ਦੇ ਵਿੱਚ ਸ਼ਾਮਲ ਸੀਗਾ। ਇਹਨਾਂ ਨੇ ਵਧੀਆ ਸਕੈਨਰ ਤੇ ਲੇਜ਼ਰ ਪ੍ਰਿੰਟਰ ਇਸ ਮੰਦਿਰ ਦੇ ਵਿੱਚ ਰੱਖੇ ਹੋਏ ਸੀ ਤੇ ਇਹਦੇ ਨਾਲ ਇਹ ਸਾਰੀ ਖੇਡ ਜਿਹੜੀ ਉਹ ਰਚਾਉਂਦੇ ਸੀਗੇ। ਜਾਲੀ ਕਰੰਸੀ ਨੂੰ ਮੰਦਿਰ ਦੇ ਚੜਾਵੇ 'ਚ ਰਲਾ ਦਿੱਤਾ ਜਾਂਦਾ ਸੀ, ਫਿਰ ਏਜੰਟਾਂ ਦੀ ਮਦਦ ਦੇ ਨਾਲ ਉਸ ਜਾਲੀ ਕਰੰਸੀ ਨੂੰ ਉੱਥੋਂ ਦੇ ਲੋਕਲ ਬਾਜ਼ਾਰ ਦੇ ਵਿੱਚ ਜਿਹੜਾ ਜੀ ਉਹ ਖਪਾਇਆ ਜਾਂਦਾ ਸੀ। ਉਹਨਾਂ ਦੇ ਵਿੱਚੋਂ ਕਿਸੇ ਏਜੰਟ ਨੇ ਇਸ ਸਾਰੇ ਕਾਰੇ ਦਾ ਪਰਦਾਫਾਸ਼ ਕੀਤਾ। ਇਹਦਾ ਮੁੱਖ ਮੁਲਜ਼ਮ ਜਿਹੜਾ ਜੀ ਉਹ ਸਵਾਮੀ ਨਾਰਾਇਣ ਮੰਦਿਰ ਦਾ ਪੁਜਾਰੀ ਦੱਸਿਆ ਜਾ ਰਿਹਾ, ਜਿਹਦੀ ਸ਼ਨਾਖਤ ਪੁਲਿਸ ਨੇ ਰਾਧਾ ਰਮਨ ਸਵਾਮੀ ਵਜੋਂ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੇ ਬਾਕੀ ਫੜੇ ਗਏ ਨੇ ਉਹਨਾਂ ਦੇ ਵਿੱਚ ਪ੍ਰਤੀਕ ਚੌੜਵਾੜੀਆ, ਪ੍ਰਵੀਨ ਚੋਪੜਾ, ਉਹਦਾ ਮੁੰਡਾ ਕਾਲੂ ਚੋਪੜਾ, ਮੋਹਨ ਬਾਗਵਾੜੇ ਤੇ ਪ੍ਰਵੀਨ ਦੇ ਇੱਕ ਪੁੱਤ ਵਜੋਂ ਜਿਹੜੀ ਜੀ ਉਹ ਹੋਈ ਆ। ਪੁਲਿਸ ਦੇ ਮੁਤਾਬਕ ਮੁਲਜ਼ਮਾਂ ਦੇ ਕੋਲੋਂ 2000 ਦੇ ਜਿਹੜੇ ਜੀ ਉਹ ਹਜ਼ਾਰਾਂ ਨੋਟ ਬਰਾਮਦ ਹੋਏ ਨੇ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਔਰ ਪੁਲਿਸ ਦੇ ਮੁਤਾਬਕ ਚੋਪੜਾ ਦੇ ਵਿਰੁੱਧ ਇਹ ਤੋਂ ਪਹਿਲਾਂ ਗੁਜਰਾਤ ਤੇ ਮੁੰਬਈ ਦੇ ਵਿੱਚ ਕਈ ਕੇਸ ਜਿਹੜੇ ਆ ਜੀ ਉਹ ਚੱਲ ਰਹੇ ਆ ਜਿਹੜੇ ਕਿਉਂਕਿ ਇਹ ਧਾਰਮਿਕ ਸਥਾਨ ਇਹਦੇ ਨਾਲ ਜੁੜਿਆ ਹੋਇਆ ਜੀ। ਤੋ ਇਸ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਗੰਭੀਰ ਤੇ ਸੰਗੀਨ ਬਣ ਜਾਂਦਾ ਕਿ ਧਾਰਮਿਕ ਥਾਵਾਂ ਦੇ ਉੱਤੇ ਜਿੱਥੇ ਲੋਕ ਆਸਥਾ ਦੇ ਵਜੋਂ ਜਾਂਦੇ ਆ ਔਰ ਲੋਕ ਇਹ ਸੋਚਦੇ ਆ ਕਿ ਉੱਥੇ ਉਹਨਾਂ ਦੀ ਮੁਰਾਦ ਪੂਰੀ ਹੋਊਗੀ ਜੇ ਉੱਥੋਂ ਦੇ ਪੁਜਾਰੀ ਜਿਹੜੇ ਨੇ ਉਹ ਨਾਲ ਰਲ ਕੇ ਤੇ ਇੱਦਾਂ ਨਕਲੀ ਕਰੰਸੀ ਜਿਹੜੀ ਦੀ ਉਹ ਛਾਪ ਕੇ ਬਾਜ਼ਾਰ ਦੇ ਵਿੱਚ ਉਹ ਜਿਹੜੇ ਉਹ ਖਪਾ ਰਹੇ ਹੋਣ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਤਾਂ ਜਿਹੜਾ ਜੀ ਉਹ ਖੜਾ ਹੋ ਜਾਂਦਾ ਜੀ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਇੱਕ ਖਬਰ ਜਿਹੜੀ ਉਹ ਰੋਪੜ ਤੋਂ ਵੱਡੀ ਆ ਰਹੀ ਹੈ ਕਿ ਸਿਵਲ ਹਸਪੀਟਲ ਦੇ SMO 3 ਡਾਕਟਰਾਂ ਸਣੇ 13 ਹੈਲਥ ਵਰਕਰ ਜਿਹੜੇ ਆ ਜੀ ਉਹ ਪੋਜ਼ਿਟਿਵ ਪਾਏ ਗਏ ਆ। ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ 2 ਡਾਕਟਰਾਂ ਸਣੇ 4 ਹੈਲਥ ਵਰਕਰ, ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਔਰਤ ਡਾਕਟਰ ਪੋਜ਼ਿਟਿਵ ਪਾਈ ਗਈ ਆ। ਇਹ ਪਹਿਲੀ ਵਾਰੀ ਆ ਕਿ ਜਦੋਂ ਇੱਕ ਦਿਨ ਦੇ ਵਿੱਚ ਇੱਕ SMO 6 ਡਾਕਟਰਾਂ ਸਣੇ
ਹੈਲਥ ਵਿਭਾਗ ਦੀ 18 ਜਿਹੜੀ ਕਾਮੇ ਨੇ, ਕੰਮ ਕਰਨ ਵਾਲੇ ਨੇ, ਉਹ ਪੋਜ਼ਿਟਿਵ ਪਾਏ ਗਏ ਆ। ਐਤਵਾਰ ਨੂੰ 102 ਕੇਸ ਸਾਹਮਣੇ ਆਏ। ਅੰਕੜਾ ਜਿਹੜਾ ਜੀ ਉਹ 1900 ਦੇ ਨੇੜੇ ਪਹੁੰਚ ਗਿਆ। 1897 ਸੀਗਾ ਰਾਤ ਦਾ ਅੰਕੜਾ। ਰੋਪੜ ਦੇ ਵਿੱਚ 46, ਫਤਿਹਗੜ੍ਹ ਸਾਹਿਬ 'ਚ 20, ਮਾਨਸਾ ਤੇ ਗੁਰਦਾਸਪੁਰ ਦੇ ਵਿੱਚ 12, ਜਲੰਧਰ ਦੇ ਵਿੱਚ 7, ਲੁਧਿਆਣਾ 'ਚ 6 ਜਿਹੜੇ ਸੀ ਉਹ ਕੇਸ। ਰੋਪੜ ਦੇ ਵਿੱਚ ਜਿਹੜੇ 46 ਰਿਪੋਰਟਾਂ ਜਿਹੜੀਆਂ ਉਹ ਪੋਜ਼ਿਟਿਵ ਆਈਆਂ ਨੇ ਜੀ। ਰੋਪੜ ਦੇ ਸਿਵਲ ਹਸਪੀਟਲ ਦਾ SMO 3 ਡਾਕਟਰ, 6 ਲੈਬ ਟੈਕਨੀਸ਼ੀਅਨ, ਇੱਕ ਸਟਾਫ ਨਰਸ, ਸਿਵਲ ਸਰਜਨ ਆਫਿਸ ਦਾ ਡਰਾਈਵਰ ਜਿਹੜਾ ਜੀ ਇਹ ਪੋਜ਼ਿਟਿਵ ਆਏ ਨੇ। ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਜਿਹੜੇ ਨੇ ਇੰਨੇ ਵੱਡੀ ਗਿਣਤੀ ਦੇ ਵਿੱਚ ਆਉਣੇ ਜਿਹੜਾ ਜੀ, ਕਿਉਂਕਿ ਰੋਪੜ ਪਹਿਲਾਂ ਗ੍ਰੀਨ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗਾ। ਔਰ ਇੱਥੇ ਇੱਕ ਫਿਕਰਮੰਦੀ ਜਿਹੜੀ ਜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪੈਦਾ ਹੋ ਗਈ ਹੈ, ਕਿਉਂਕਿ ਜਿਹੜੇ ਫਰੰਟ ਲਾਈਨਰ ਨੇ, ਜਿਹੜੇ ਫਰੰਟ ਦੇ ਉੱਤੇ ਲੜਨ ਵਾਲੇ ਇਹ ਲੋਕ ਨੇ, ਉਹਨਾਂ ਦਾ ਪੋਜ਼ਿਟਿਵ ਆਉਣਾ ਜਿਹੜਾ ਜੀ ਇੱਕ ਵੱਡਾ ਫਿਕਰ ਜਿਹੜਾ ਜੀ ਉਹ ਹੈ। ਅੰਮ੍ਰਿਤਸਰ ਦੇ ਵਿੱਚ ਕੈਦੀ ਦੇ ਸੰਪਰਕ ਦੇ ਵਿੱਚ ਆਏ 2 ਜੱਜਾਂ ਸਣੇ 28 ਦੇ ਸੈਂਪਲ ਜਿਹੜੇ ਆ ਜੀ ਉਹ ਹੁਣ ਲਏ ਗਏ ਆ। ਗੁਰੂ ਨਾਨਕ ਦੇਵ ਹਸਪੀਟਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ 3 ਦਿਨ ਪਹਿਲਾਂ ਦਾਖਲ ਹੋਏ ਕੈਦੀ ਦੀ ਰਿਪੋਰਟ ਜਿਹੜੀ ਆ ਉਹ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ 2 ਜੱਜਾਂ ਸਣੇ 28 ਲੋਕਾਂ ਦੇ ਸੈਂਪਲ ਜਿਹੜੇ ਆ ਉਹ ਲਏ ਆ। ਔਰ ਇਹਦੇ 'ਚ 7 ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਕੋਰਟ ਦੇ ਮੁਲਾਜ਼ਮ ਜਿਹੜੇ ਜੀ ਉਹ ਸ਼ਾਮਲ ਦੱਸੇ ਜਿਹੜਾ ਜੀ ਉਹ ਜਾ ਰਹੇ ਆ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਇੱਕ ਡਾਕਟਰ ਸਣੇ 11 ਲੋਕਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਆ ਇੱਕ ਦਿਨ ਦੇ ਵਿੱਚ। ਔਰ ਜਲੰਧਰ ਦੇ ਵਿੱਚ 7 ਸਾਲਾਂ ਦੀ ਬੱਚੀ ਸਣੇ 5 ਨੇ, ਮੁਕਤਸਰ ਦੇ ਵਿੱਚ ਤੇ ਮੋਹਾਲੀ ਦੇ ਵਿੱਚ 2 ਨੇ ਕਰੋਨਾ ਵਾਇਰਸ ਤੋਂ ਜਿਹੜੀ ਹੈ ਜੀ ਉਹਨਾਂ ਨੂੰ ਨਿਜਾਤ ਮਿਲੀ ਹੈ, ਭਾਵ ਕਿ ਇਹ ਠੀਕ ਹੋ ਕੇ ਘਰੇ ਜਿਹੜਾ ਜੀ ਉਹ ਗਏ ਆ। ਤੇ ਇੱਕ ਜਿਹੜਾ ਜੀ ਜਾਂਦੇ ਜਾਂਦੇ ਨਿਗਾਹ ਉਹ ਨੈਸ਼ਨਲ ਪੱਧਰ ਦੇ ਉੱਤੇ ਵੀ ਮਾਰ ਲਈਏ ਤਾਂ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜਿਹੜੇ ਪੀੜਤ ਨੇ ਮਰੀਜ਼, ਉਹਨਾਂ ਦੀ ਗਿਣਤੀ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਵਧੀ ਆ। ਬਲਕਿ ਰਿਕਾਰਡ ਤੁਸੀਂ ਕਹ ਲਓ ਕਿ ਇੱਕ ਦਿਨ ਦੇ ਵਿੱਚ ਜਿਹੜੇ ਲੋਕ ਨੇ ਉਹ ਆਏ ਨੇ 67,161 ਇਹ ਗਿਣਤੀ ਜਿਹੜੀ ਆ ਉਹ ਹੋ ਗਈ ਹੋਈ ਆ। ਔਰ ਐਤਵਾਰ ਜਿਹੜਾ ਸੀਗਾ ਜੀ ਸਭ ਤੋਂ ਜ਼ਿਆਦਾ 4296 ਨਵੇਂ ਲੋਕ ਜਿਹੜੇ ਆਏ, ਜਿਹੜੇ ਪੋਜ਼ਿਟਿਵ ਪਾਏ ਗਏ। ਮਹਾਰਾਸ਼ਟਰ ਦੇ ਵਿੱਚ 1943 ਮਰੀਜ਼ ਇੱਕ ਦਿਨ ਦੇ ਵਿੱਚ ਵਧਿਆ, ਇਹ ਨਵਾਂ ਰਿਕਾਰਡ ਹੈ। ਉੱਥੇ ਗਿਣਤੀ ਜਿਹੜੀ 22,000 ਨੂੰ ਕ੍ਰਾਸ ਕਰ ਗਈ ਹੈ। ਤਾਮਿਲਨਾਡੂ ਦੇ ਵਿੱਚ 669 ਰਿਪੋਰਟ ਪੋਜ਼ਿਟਿਵ ਆਈਆਂ ਨੇ। ਤਾਮਿਲਨਾਡੂ ਦੇ ਵਿੱਚ ਹੁਣ 7204 ਮਰੀਜ਼ਾਂ ਦੇ ਨਾਲ ਦਿੱਲੀ ਨੂੰ ਪਿੱਛੇ ਛੱਡ ਕੇ ਉਹ ਤੀਜਾ ਵੱਡਾ ਜਿਹੜਾ ਜੀ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਰਾਜ ਹੋ ਗਿਆ। ਗੁਜਰਾਤ ਦੇ ਵਿੱਚ 398 ਨਵੇਂ ਜਿਹੜਾ ਜੀ ਉਹ ਮਾਮਲੇ ਸਾਹਮਣੇ ਆਏ ਆ। ਔਰ ਤੀਜੇ ਨੰਬਰ ਦੇ ਉੱਤੇ ਇਹ ਰਾਜ ਜਿਹੜਾ ਜੀ ਉਹ ਹੈ। ਦਿੱਲੀ ਦੇ ਵਿੱਚ 381, ਮੱਧ ਪ੍ਰਦੇਸ਼ 157, ਰਾਜਸਥਾਨ 'ਚ 106, ਪੱਛਮੀ ਬੰਗਾਲ 'ਚ 153, ਪੰਜਾਬ 'ਚ 61, ਬਿਹਾਰ 'ਚ 62 ਪੋਜ਼ਿਟਿਵ ਜਿਹੜਾ ਜੀ ਉਹ ਮਿਲੇ ਆ। 24 ਘੰਟਿਆਂ ਦੇ ਵਿੱਚ ਜਿਹੜੇ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਹੈ ਦੇ 56 ਤੇ BSF ਦੇ 18 ਜਿਹੜੇ ਜਵਾਨ ਨੇ ਜੀ ਉਹ ਕਰੋਨਾ ਵਾਇਰਸ ਤੋਂ ਉਹਨਾਂ ਦੀ ਪੁਸ਼ਟੀ ਹੋਈ ਹੈ ਕਿ ਪੋਜ਼ਿਟਿਵ ਨੇ। ITBP ਦੇ 156 ਪੋਜ਼ਿਟਿਵ ਕੇਸ ਦਿੱਲੀ ਦੇ ਵਿੱਚ ਨੇ। BSF ਦੇ 2 ਜਵਾਨ ਦਿੱਲੀ ਦੇ ਵਿੱਚ ਤੇ 16 ਤ੍ਰਿਪੁਰਾ ਦੇ ਨੇ। ਔਰ ਇਸ ਤਰੀਕੇ ਨਾਲ BSF ਦੇ ਵਿੱਚ ਜਿਹੜੇ ਕਰੋਨਾ ਪੋਜ਼ਿਟਿਵ ਨੇ ਉਹਨਾਂ ਦੀ ਗਿਣਤੀ 276 ਜਿਹੜੀ ਆ ਉਹ ਹੋ ਗਈ ਹੈ ਜੀ ਹੁਣ ਤੱਕ। ਜਿਹੜੀ ਟੋਟਲ ਹੈ ਉਹ 67,161 ਦੇ ਕਰੀਬ ਹੈ। ਮਹਾਰਾਸ਼ਟਰ ਪਹਿਲੇ ਨੰਬਰ ਤੇ, ਗੁਜਰਾਤ ਦੂਜੇ ਨੰਬਰ ਤੇ ਜਿਹੜਾ ਜੀ ਉਹ ਆ ਗਿਆ। ਔਰ ਤਾਮਿਲਨਾਡੂ ਜਿਹੜਾ ਉਹ ਤੀਜੇ ਨੰਬਰ ਦੇ ਉੱਤੇ ਜਿਹੜਾ ਚਲੇ ਗਿਆ। ਗੁਜਰਾਤ ਦੇ ਵਿੱਚ ਬੜੀ ਤੇਜ਼ੀ ਨਾਲ ਗਿਣਤੀ ਜਿਹੜੀ ਉਹ ਵੱਧ ਰਹੀ ਹੈ। ਦਿੱਲੀ ਹੁਣ ਜਿਹੜਾ ਉਹ ਚੌਥੇ ਨੰਬਰ ਦੇ ਉੱਤੇ ਚਲੇ ਗਿਆ। ਟੋਟਲ ਗਿਣਤੀ ਜਿਹੜਾ ਜੀ ਉਹ ਆਈ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ। ਅੱਜ ਦੇ ਪ੍ਰੋਗਰਾਮ ਕਵਿ ਤੇ ਨਜ਼ਰ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।